ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਟਰੰਪ ਨੇ ਜਾਰਜੀਆ ਦੀ ਸੈਨੇਟ ਚੋਣ ਰੈਲੀ ਦੌਰਾਨ ਦਿੱਤਾ ਵੋਟਾਂ ਦੀ ਧੋਖਾਧੜੀ ਦੇ ਦਾਅਵਿਆਂ ਤੇ ਜ਼ੋਰ। ਅਮਰੀਕੀ 에ਅਰਲਾਈਨਜ਼ ਨੂੰ ਹੋਇਆ ਵੱਡਾ ਨੁਕਸਾਨ। 2020 ਵਿੱਚ ਘਟੇ 61% ਯਾਤਰੀ। ਟਰੰਪ ਨੇ ਦਿੱਤਾ ਚੀਨ ਨੂੰ ਇੱਕ ਹੋਰ ਝਟਕਾ। 8 ਹੋਰ ਐਪਸ ਤੋਂ ਲੈਣ ਦੇਣ ਤੇ ਲਗਾਈ ਪਾਬੰਦੀ। ਅੰਦੋਲਨ ਦੇਸ਼ ਭਰ ਵਿੱਚ ਫੈਲਾਉਣ ਦੀ ਤਿਆਰੀ। ਬੋਰਿਸ ਜੌਨਸਨ ਦਾ ਭਾਰਤ ਦੌਰਾ ਰੱਦ। ਬਾਈਡਨ ਨੇ ਸ਼ਿਕਾਇਤਾਂ ਕਰ ਰਹੇ ਟਰੰਪ ਨੂੰ ਘੇਰਿਆ। ਟਰੰਪ ਨੇ ਕਿਹਾ ਰਾਸ਼ਟਰਪਤੀ ਅਹੁਦੇ ਲਈ ਜੰਗ ਜਾਰੀ ਰੱਖਾਂਗਾ। ਪਾਕਿਸਤਾਨ ਵਿੱਚ ਨੁਕਸਾਨੇ ਗਏ ਹਿੰਦੂ ਮੰਦਿਰ ਦੀ ਮੁੜ ਉਸਾਰੀ ਦੇ ਹੁਕਮ। ਕੋਰੋਨਾ ਜਾਂਚ ਦੀ ਇਜਾਜ਼ਤ ਨਹੀਂ ਦੇ ਰਿਹਾ ਚੀਨ। WHO ਬੇਹੱਦ ਨਿਰਾਸ਼। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ ਹੁਣ ਜਾਰਜੀਆ 'ਚ ਸੈਨੇਟ ਚੋਣਾਂ ਦਾ ਮਾਹੌਲ ਗਰਮ ਹੈ। ਰਾਸ਼ਟਰਪਤੀ ਟਰੰਪ ਦੁਆਰਾ ਸੋਮਵਾਰ ਦੀ ਰਾਤ ਨੂੰ ਜਾਰਜੀਆ ਵਿੱਚ ਸੈਨੇਟ ਦੀਆਂ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰਾਂ ਲਈ ਕੀਤੀ ਗਈ ਰੈਲੀ ਵਿੱਚ ਆਪਣੀਆਂ ਚੋਣਾਂ ਤੇ ਵੀ ਧਿਆਨ ਕੇਂਦਰਿਤ ਕਰਦਿਆਂ ਆਪਣੇ ਚੋਣਾਂ ਸੰਬੰਧੀ ਬੇਬੁਨਿਆਦ ਦਾਅਵਿਆਂ ਨੂੰ ਪੇਸ਼ ਕੀਤਾ। ਇਸ 1 ਘੰਟਾ ਤੇ 20 ਮਿੰਟ ਦੀ ਰੈਲੀ ਦੌਰਾਨ ਰਾਸ਼ਟਰਪਤੀ ਨੇ ਚੋਣ ਨਤੀਜਿਆਂ ਸੰਬੰਧੀ ਧੋਖਾਧੜੀ ਦੇ ਝੂਠੇ ਦਾਅਵਿਆਂ ਨੂੰ ਦੁਹਰਾਇਆ ਅਤੇ ਕਿਹਾ ਕਿ ਉਸਨੇ ਜਾਰਜੀਆ ਤੇ ਰਾਸ਼ਟਰਪਤੀ ਦੀ ਚੋਣ ਜਿੱਤੀ ਹੈ। ਇਸ ਦੇ ਨਾਲ ਹੀ ਇਸ ਹਫ਼ਤੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਮੌਕੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੂੰ ਉਹਨਾਂ ਦੇ ਹੱਕ ਵਿੱਚ ਆਉਣ ਦੀ ਉਮੀਦ ਵੀ ਪ੍ਰਗਟਾਈ। ਜਾਰਜੀਆ ਦੀਆਂ ਇਹ ਰਨ ਆਫ ਚੋਣਾਂ ਇਹ ਤੈਅ ਕਰਨਗੀਆਂ ਕਿ ਕਿਹੜੀ ਪਾਰਟੀ ਸੈਨੇਟ ਨੂੰ ਕੰਟਰੋਲ ਕਰਦੀ ਹੈ। ਰਿਪਬਲਿਕਨ ਚੈਂਬਰ ਤੇ ਆਪਣੀ ਪਕੜ ਬਰਕਰਾਰ ਰੱਖ ਸਕਦੇ ਹਨ ਜੇਕਰ ਉਹਨਾਂ ਦੇ ਉਮੀਦਵਾਰਾਂ ਵਿੱਚੋਂ ਸਿਰਫ ਇੱਕ ਜਿੱਤ ਜਾਂਦਾ ਹੈ, ਜਦੋਂ ਕਿ ਡੈਮੋਕ੍ਰੇਟਸ ਵੱਲੋਂ 50-50 ਦੀ ਵੰਡ ਨੂੰ ਪ੍ਰਾਪਤ ਕਰਨ ਲਈ ਇਸ ਦੇ ਦੋਵਾਂ ਉਮੀਦਵਾਰਾਂ ਨੂੰ ਜਿੱਤਣ ਦੀ ਜ਼ਰੂਰਤ ਹੈ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਤੇ ਉਸਦੇ ਸਹਿਯੋਗੀ ਲੜਦੇ ਰਹਿਣਗੇ ਅਤੇ ਨਾਲ ਹੀ ਡੈਮੋਕ੍ਰੇਟਸ ਵੱਲੋਂ ਵਾਈਟ ਹਾਊਸ ਨਾ ਲੈਣ ਦੀ ਗੱਲ ਵੀ ਕਹੀ ਹੈ, ਜਦਕਿ ਜੋ ਬਾਈਡਨ 20 ਜਨਵਰੀ ਨੂੰ ਰਾਸ਼ਟਰਪਤੀ ਬਣ ਜਾਣਗੇ। ਇਹਨਾਂ ਚੋਣਾਂ ਵਿੱਚ ਰਿਪਬਲਿਕਨ ਡੇਵਿਡ ਪਰਡਿਊ ਨੇ ਆਪਣੇ ਡੈਮੋਕ੍ਰੈਟਿਕ ਵਿਰੋਧੀ ਜ਼ੋਨ ਓਸੋਫ ਤੋਂ 80,000 ਤੋਂ ਵੱਧ ਵੋਟਾਂ ਲਈਆਂ ਹਨ, ਪਰ ਉਹ ਰਨ ਆਫ ਤੋਂ ਬਚਣ ਲਈ ਜ਼ਰੂਰੀ 50% ਵੋਟਾਂ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹੇ ਹਨ, ਜਦਕਿ ਦੂਸਰੀ ਦੌੜ ਵਿੱਚ ਡੈਮੋਕ੍ਰੈਟਿਕ ਰਾਫੇਲ ਵਰਨੌਕ ਨੂੰ ਸਭ ਤੋਂ ਵੱਧ ਵੋਟਾਂ ਪ੍ਰਾਪਤ ਹੋਈਆਂ, ਪਰ ਪ੍ਰਮੁੱਖ ਰਿਪਬਲਿਕਨ ਕੈਲੀ ਲੋਫਰ ਅਤੇ ਕਾਂਗਰਸਮੈਨ ਡਗ ਕਲੋਨਿਸ ਨੂੰ ਇਕੱਠੇ ਰੂਪ ਵਿੱਚ ਉਸ ਨਾਲੋਂ ਵਧੇਰੇ ਵੋਟਾਂ ਪ੍ਰਾਪਤ ਹੋਈਆਂ ਹਨ। ਟਰੰਪ ਦੇ ਇਲਾਵਾ ਬਾਈਡਨ ਨੇ ਵੀ ਸੋਮਵਾਰ ਨੂੰ ਉਮੀਦਵਾਰਾਂ ਓਸੋਫ ਅਤੇ ਵਰਨੌਕ ਲਈ ਅਟਲਾਂਟਾ ਵਿੱਚ ਅਤੇ ਕਮਲਾ ਹੈਰਿਸ ਨੇ ਐਤਵਾਰ ਨੂੰ ਜਾਰਜੀਆ ਵਿੱਚ ਚੋਣ ਮੁਹਿੰਮ ਕੀਤੀ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਲ ਕੇ ਦਿੱਤੇ ਇੱਕ ਸਾਂਝੇ ਬਿਆਨ ਵਿੱਚ ਸੰਸਾਰ ਭਰ ਵਿਚਲੇ ਗੁਰਦੁਆਰਾ ਸਾਹਿਬਾਨਾਂ ਤੇ ਖਾਲਸਾ ਪੰਥ ਨੂੰ ਬੇਨਤੀ ਭਰੇ ਸੰਦੇਸ਼ ਵਿੱਚ ਕਿਹਾ ਹੈ ਕਿ ਹਰ ਸਾਲ 13 ਜਨਵਰੀ ਨੂੰ ਸਿੱਖ ਮੁਸਲਿਮ ਏਕਤਾ ਤੇ ਅਰਦਾਸ ਦੇ ਦਿਨ ਵਜੋਂ ਮਨਾਇਆ ਜਾਵੇ। ਇੱਕ ਸਾਂਝੇ ਬਿਆਨ ਵਿੱਚ AGPC ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਤੇ PSGPC ਦੇ ਸਕੱਤਰ ਸ਼੍ਰੀ ਅਜਮੇਰ ਸਿੰਘ ਨੇ ਕਿਹਾ ਕਿ 13 ਜਨਵਰੀ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਇਸ ਦਿਨ ਸਾਈਂ ਹਜ਼ਰਤ ਮੀਆਂ ਮੀਰ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੱਦੇ ਉੱਤੇ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ। ਦੋਵਾਂ ਸਿੱਖ ਆਗੂਆਂ ਨੇ ਕਿਹਾ ਕਿ ਸਿੱਖ ਮੁਸਲਿਮ ਏਕਤਾ ਦੋਸਤੀ ਵਜੋਂ ਇਹ ਦਿਨ ਬਹੁਤ ਇਤਿਹਾਸਕ ਮਹੱਤਤਾ ਵਾਲਾ ਦਿਨ ਹੈ ਤੇ ਦੋਵੇਂ ਭਾਈਚਾਰਿਆਂ ਦੇ ਸੰਬੰਧਾਂ ਨੂੰ ਪੀੜਾ ਦੇ ਮਜ਼ਬੂਤ ਬਣਾਉਣ ਵਾਸਤੇ ਇੱਕ ਮੀਲ ਪੱਥਰ ਹੈ। ਇਸ ਵਾਸਤੇ ਇਹ ਦਿਨ ਹਰ ਸਾਲ ਬੜੇ ਵੱਡੇ ਰੂਪ ਵਿੱਚ ਪੂਰੀ ਦੁਨੀਆ ਵਿੱਚ ਦੋਵਾਂ ਕੌਮਾਂ ਵੱਲੋਂ ਗੁਰਦੁਆਰਾ ਸਾਹਿਬਾਨ ਤੇ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਉੱਤੇ ਮਨਾਇਆ ਜਾਣਾ ਚਾਹੀਦਾ ਹੈ ਤੇ ਇਸ ਦਿਨ ਵਿਸ਼ੇਸ਼ ਤੌਰ ਤੇ ਮੁਸਲਿਮ ਸਿੱਖ ਦੋਸਤੀ ਨੂੰ ਹੋਰ ਜ਼ਿਆਦਾ ਮੁਹੱਬਤ ਭਰਿਆ ਤੇ ਚਿਰਜੀਵੀ ਬਣਾਉਣ ਵਾਸਤੇ ਅਰਦਾਸਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਤੇ ਦੁਆਵਾਂ ਮੰਗੀਆਂ ਜਾਣੀਆਂ ਚਾਹੀਦੀਆਂ ਨੇ। ਸੰਯੁਕਤ ਰਾਸ਼ਟਰ ਸੰਘ ਦੇ ਵਿਸ਼ੇਸ਼ ਸਲਾਹਕਾਰ ਡਾਕਟਰ ਇਕਤਦਾਰ ਚੀਮਾ ਨੇ ਇਸ ਖਾਸ ਮੌਕੇ ਤੇ ਕਿਹਾ ਕਿ ਇਹ ਯਤਨ ਸਿੱਖ ਮੁਸਲਿਮ ਕੌਮਾਂ ਵੱਲੋਂ ਇਹ ਬਹੁਤ ਮੌਕੇ ਮੁਤਾਬਕ ਤੇ ਢੁਕਵੇਂ ਸਮੇਂ ਕੀਤਾ ਜਾ ਰਿਹਾ ਹੈ ਕਿਉਂਕਿ ਸੰਯੁਕਤ ਰਾਸ਼ਟਰ ਸੰਘ ਵੀ ਅੰਤਰਰਾਸ਼ਟਰੀ ਤੌਰ ਤੇ ਸਾਲ 2021 ਨੂੰ ਅਮਨ ਤੇ ਭਰੋਸੇ ਦੇ ਸਾਲ ਵਜੋਂ ਮਨਾ ਰਿਹਾ ਹੈ। ਇਸ ਦਿਨ ਅੰਤਰਰਾਸ਼ਟਰੀ ਪੱਧਰ ਦਾ ਜ਼ੂਮ ਵੈਬੀਨਾਰ ਵੀ ਕਰਵਾਇਆ ਜਾਵੇਗਾ ਜਿਸ ਨਾਲ ਦੋਵਾਂ ਭਾਈਚਾਰਿਆਂ ਦੇ ਧਾਰਮਿਕ ਆਗੂ ਦੇ ਵਿਦਵਾਨ ਬੈਠਣਗੇ। ਪਾਕਿਸਤਾਨ ਦੇ ਸੂਬੇ ਪੰਜਾਬ ਦੀ ਵਿਧਾਨ ਸਭਾ ਸਟੇਟ ਅਸੈਂਬਲੀ ਦੇ ਸਤਿਕਾਰਯੋਗ ਮੈਂਬਰ ਸ਼੍ਰੀ ਰਮੇਸ਼ ਸਿੰਘ ਅਰੋੜਾ ਨੇ ਇਸ ਪਹਿਲ ਕਦਮੀ ਦਾ ਪੁਰਜ਼ੋਰ ਸਵਾਗਤ ਕਰਦਿਆਂ ਆਪਣੇ ਵੱਲੋਂ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਪੂਰਾ ਸਮਰਥਨ ਦੇਣ ਦਾ ਵਚਨ ਦਿੱਤਾ ਹੈ ਤਾਂ ਕਿ ਦੋਵਾਂ ਕੌਮਾਂ ਦੇ ਧਾਰਮਿਕ ਤੇ ਰਾਜਨੀਤਿਕ ਆਗੂ ਮਿਲ ਬੈਠ ਕੇ ਦੋਸਤੀ ਤੇ ਏਕਤਾ ਵਾਸਤੇ ਕੁਝ ਚੰਗੀਆਂ ਯੋਜਨਾਵਾਂ ਅਮਲ ਵਿੱਚ ਲਿਆ ਸਕਣ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਜ਼ਮ ਨੇ ਕੋਵਿਡ-19 ਟੀਕਾਕਰਨ ਦੀ ਹੌਲੀ ਗਤੀ ਕਾਰਨ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਯਤਨ ਕਰ ਰਹੇ ਨੇ ਕਿ ਜਲਦੀ ਹੀ ਤੇਜ਼ੀ ਫੜੀਏ ਅਤੇ
ਹਰ ਕਿਸੇ ਨੂੰ ਇਸ ਟੀਕੇ ਦੀ ਖੁਰਾਕ ਮਿਲੇ। ਉਹਨਾਂ ਕਿਹਾ ਕਿ ਫਾਈਜ਼ਰ ਅਤੇ ਮੋਡਰਨਾ ਤੋਂ ਲਗਭਗ 13 ਲੱਖ ਖੁਰਾਕਾਂ ਹੀ ਅਜੇ ਤੱਕ ਮਿਲੀਆਂ ਹਨ ਅਤੇ 6,11,500 ਖੁਰਾਕਾਂ ਜਲਦੀ ਹੀ ਹੋਰ ਮਿਲ ਜਾਣਗੀਆਂ। ਗਵਰਨਰ ਨੇ ਕਿਹਾ ਕਿ ਸਾਡੇ ਵੱਲੋਂ 6,54,306 ਖੁਰਾਕਾਂ ਦੀ ਹੋਰ ਮੰਗ ਕੀਤੀ ਗਈ ਹੈ ਜੋ ਕਿ ਜਲਦੀ ਹੀ ਪੂਰੀ ਹੋਵੇਗੀ। ਉਹਨਾਂ ਦੱਸਿਆ ਕਿ ਸਾਨੂੰ ਆਸ ਹੈ ਕਿ ਅਸੀਂ ਇਸ ਹਫ਼ਤੇ ਦੇ ਅੰਤ ਤੱਕ 2 ਤੋਂ 2.5 ਮਿਲੀਅਨ ਖੁਰਾਕਾਂ ਦਾ ਪ੍ਰਬੰਧ ਕਰ ਲਵਾਂਗੇ। ਉਹਨਾਂ ਨੇ ਕਿਹਾ ਕਿ ਮੰਗ ਨੂੰ ਪੂਰਾ ਕਰਨ ਲਈ ਅਸੀਂ ਜੰਗੀ ਪੱਧਰ ਤੇ ਕੰਮ ਕਰ ਰਹੇ ਹਾਂ ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਵੈਕਸੀਨ ਲਗਵਾਉਣ ਲਈ ਵੀ ਮਾਹਿਰਾਂ ਦਾ ਪ੍ਰਬੰਧ ਕਰੀਏ, ਜਿਸ ਦੇ ਅਧੀਨ ਫਾਰਮੇਸੀ ਟੈਕਨੀਸ਼ੀਅਨ, ਡੈਂਟਿਸਟ ਅਤੇ ਨੈਸ਼ਨਲ ਗਾਰਡਾਂ ਦੀ ਜ਼ਿੰਮੇਵਾਰੀ ਵੀ ਲਗਾਈ ਜਾ ਸਕਦੀ ਹੈ। ਉਧਰ ਲਾਸ ਐਂਜਲਸ ਕਾਉਂਟੀ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਚਰਵਾਰ ਤੱਕ ਕਾਉਂਟੀ ਨੂੰ ਵੈਕਸੀਨ ਦੀਆਂ 1,98,995 ਖੁਰਾਕਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ 96,390 ਖੁਰਾਕਾਂ ਲੋਕਾਂ ਨੂੰ ਲਗਾ ਦਿੱਤੀਆਂ ਗਈਆਂ ਨੇ। ਅਮਰੀਕੀ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਨੇ ਸੋਮਵਾਰ ਨੂੰ ਦੱਸਿਆ ਕਿ ਅਮਰੀਕੀ ਸਰਕਾਰ ਨੇ 2020 ਵਿੱਚ ਹਵਾਈ ਅੱਡੇ ਦੀਆਂ ਚੌਂਕੀਆਂ ਤੇ 500 ਮਿਲੀਅਨ ਘੱਟ ਲੋਕਾਂ ਦੀ ਜਾਂਚ ਕੀਤੀ, ਜੋ 2019 ਦੇ ਮੁਕਾਬਲੇ 61% ਘੱਟ ਹੈ। ਇਸ ਦਾ ਮੁੱਖ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਹਵਾਈ ਯਾਤਰਾ ਦਾ ਘੱਟ ਹੋਣਾ ਹੈ। TSA ਨੇ ਕਿਹਾ ਕਿ ਉਹਨਾਂ ਨੇ 2020 ਵਿੱਚ ਆਪਣੇ ਹਵਾਈ ਅੱਡੇ ਦੀ ਸੁਰੱਖਿਆ ਚੌਂਕੀਆਂ ਤੇ 324 ਮਿਲੀਅਨ ਯਾਤਰੀਆਂ ਦੀ ਸਕਰੀਨਿੰਗ ਕੀਤੀ, ਜਦਕਿ 2019 ਚ 824 ਮਿਲੀਅਨ ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਸੀ। ਹਾਲ ਦੇ ਹਫ਼ਤੇ 'ਚ ਹਵਾਈ ਯਾਤਰਾ 'ਚ ਫਿਰ ਤੋਂ ਤੇਜ਼ੀ ਦੇਖੀ ਗਈ ਹੈ। ਐਤਵਾਰ ਨੂੰ TSA ਨੇ 1,327 ਮਿਲੀਅਨ ਲੋਕਾਂ ਦੀ ਸਕਰੀਨਿੰਗ ਕੀਤੀ, ਜੋ ਮੱਧ ਮਾਰਚ ਤੋਂ ਬਾਅਦ ਅਜੇ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਪਰ 2020 ਚ ਇਸ ਦਿਨ 45% ਜ਼ਿਆਦਾ ਲੋਕਾਂ ਦੀ ਸਕਰੀਨਿੰਗ ਕੀਤੀ ਗਈ ਸੀ। TSA ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਦਾ ਅਨੁਮਾਨ ਹੈ ਕਿ ਰੋਜ਼ਾਨਾ ਹਵਾਈ ਯਾਤਰਾ ਦੀ ਗਿਣਤੀ ਹੁਣ ਲਗਾਤਾਰ ਵਧੇਗੀ ਅਤੇ ਮੌਸਮ ਮੁਤਾਬਕ ਲੋਕ ਹੁਣ ਆਉਂਦੇ ਰਹਿਣਗੇ। ਅਮਰੀਕਾ ਲਈ 에ਅਰਲਾਈਨਸ ਇੱਕ ਉਦਯੋਗ ਵਪਾਰ ਸਮੂਹ ਦੀ ਤਰ੍ਹਾਂ ਹੈ। ਅਮਰੀਕਨ 에ਅਰਲਾਈਨਸ ਨੇ ਕਿਹਾ ਕਿ ਦਸੰਬਰ ਦੇ ਮੱਧ ਅਮਰੀਕੀ 에ਅਰਲਾਈਨ ਯਾਤਰੀਆਂ ਦੀ ਗਿਣਤੀ 2019 ਦੀ ਤੁਲਨਾ 'ਚ 57% ਘੱਟ ਸੀ। ਘਰੇਲੂ ਹਵਾਈ ਯਾਤਰਾ 'ਚ 56% ਅਤੇ ਅੰਤਰਰਾਸ਼ਟਰੀ ਹਵਾਈ ਯਾਤਰਾ 'ਚ 66% ਦੀ ਗਿਰਾਵਟ ਦੱਸੀ ਜਾ ਰਹੀ ਹੈ। ਪ੍ਰਮੁੱਖ 에ਅਰਲਾਈਨਾਂ ਨੂੰ 2020 ਦੇ ਪਹਿਲੇ 9 ਮਹੀਨਿਆਂ 'ਚ $36 ਬਿਲੀਅਨ ਤੋਂ ਜ਼ਿਆਦਾ ਨੁਕਸਾਨ ਹੋਇਆ। ਅਮਰੀਕੀ ਕਾਂਗਰਸ ਕੋਵਿਡ-19 ਰਾਹਤ ਪੈਕੇਜ ਦੇ ਹਿੱਸੇ ਦੇ ਰੂਪ ਵਿੱਚ ਨਵੇਂ ਪੋਰਟਲ ਸਹਾਇਤਾ 'ਚ $15 ਬਿਲੀਅਨ ਦੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਕਿ 31 ਮਾਰਚ ਤੱਕ ਹਜ਼ਾਰਾਂ ਮਜ਼ਦੂਰਾਂ ਨੂੰ ਤਨਖਾਹ ਦਿੱਤੀ ਜਾ ਸਕੇ। ਅਮਰੀਕਾ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਚੀਨ ਦੀਆਂ 8 ਸੌਫਟਵੇਅਰ ਐਪਸ ਤੋਂ ਲੈਣ ਦੇਣ ਤੇ ਪਾਬੰਦੀ ਲਗਾਉਣ ਦੇ ਆਦੇਸ਼ ਦੇ ਦਸਤਖਤ ਕਰ ਦਿੱਤੇ ਹਨ। ਇਸ ਵਿੱਚ WeChat Pay ਅਤੇ ਜੈਕਮਾ ਤੇ ਐਂਟ ਗਰੁੱਪ ਦਾ ਅਲੀਪੋ ਵੀ ਸ਼ਾਮਲ ਹੈ। ਇਹ ਸਾਰੇ ਐਪ ਚੀਨੀ ਕੰਪਨੀਆਂ ਨਾਲ ਸੰਬੰਧਿਤ ਹਨ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹਨਾਂ ਜ਼ਰੀਏ ਉਪਭੋਗਤਾਵਾਂ ਦਾ ਡਾਟਾ ਚੀਨੀ ਸਰਕਾਰ ਤੱਕ ਪਹੁੰਚ ਰਿਹਾ ਹੈ। ਇਹ ਆਦੇਸ਼ 45 ਦਿਨਾਂ ਬਾਅਦ ਲਾਗੂ ਹੋਵੇਗਾ। ਇਸ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਟਰੰਪ ਵਾਈਟ ਹਾਊਸ ਤੋਂ ਜਾ ਚੁੱਕੇ ਹੋਣਗੇ ਤੇ ਉਹਨਾਂ ਦੀ ਜਗ੍ਹਾ ਜੋ ਬਾਈਡਨ ਕਮਾਨ ਸੰਭਾਲ ਲੈਣਗੇ। ਇਸ ਵਾਰ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਨਾਲ ਕਿਸੇ ਤਰ੍ਹਾਂ ਦੀ ਕੋਈ ਚਰਚਾ ਨਹੀਂ ਕੀਤੀ ਗਈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਨ੍ਹਾਂ ਐਪਸ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਡਾਊਨਲੋਡ ਕੀਤਾ ਜਾਂਦਾ ਹੈ, ਜਿਸ ਦਾ ਮਤਲਬ ਹੈ ਕਿ ਕਰੋੜਾਂ ਉਪਭੋਗਤਾਵਾਂ ਦੀ ਜਾਣਕਾਰੀ ਨੂੰ ਲੈ ਕੇ ਖਤਰਾ ਹੋ ਸਕਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਚੀਨੀ ਐਪਸ ਤੇ ਰੋਕ ਲਗਾਉਣ ਦੇ ਆਦੇਸ਼ ਦਿੱਤੇ ਸਨ। ਇਸ ਵਿੱਚ ਵਾਈਟ ਡਾਂਸ ਦੀ ਵੀਡੀਓ ਐਪ ਟਿਕਟੌਕ ਸ਼ਾਮਲ ਸੀ। ਹਾਲਾਂਕਿ ਅਮਰੀਕਾ ਦੀ ਅਦਾਲਤ ਨੇ ਸ਼ਾਰਟ ਵੀਡੀਓ ਬਣਾਉਣ ਵਾਲੀ ਐਪ ਟਿਕਟੌਕ ਤੇ ਪਾਬੰਦੀ ਨੂੰ ਬਰਕਰਾਰ ਰੱਖਿਆ ਹੈ। ਕੇਂਦਰੀ ਮੰਤਰੀਆਂ ਨਾਲ 3 ਖੇਤੀ ਕਾਨੂੰਨਾਂ ਸਣੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਬੀਤੇ ਦਿਨੀ ਹੋਈ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਨੂੰ ਦੇਸ਼ ਦੇ ਆਖਰੀ ਕੋਨੇ ਤੱਕ ਲੈ ਜਾਣ ਲਈ ਪ੍ਰੋਗਰਾਮ ਉਲੀਕੇ ਨੇ। ਦਿੱਲੀ ਅਤੇ NCR ਦੇ ਇਲਾਕਿਆਂ ਵਿੱਚ ਸਥਾਨਕ ਲੋਕਾਂ ਨੂੰ ਅੰਦੋਲਨ ਵਿੱਚ ਸ਼ਾਮਲ ਕਰਨ ਮਗਰੋਂ ਹੁਣ ਦੂਜੇ ਰਾਜਾਂ ਦੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਖਿਲਾਫ ਲਾਮਬੰਦ ਕਰਨ ਲਈ ਜਾਗ੍ਰਿਤੀ ਮੁਹਿੰਮ ਐਲਾਨੀ ਗਈ ਹੈ। ਸਿੰਘੂ ਬਾਰਡਰ ਤੇ ਕਿਸਾਨ ਆਗੂਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ 6 ਜਨਵਰੀ ਨੂੰ ਕੱਢਿਆ ਜਾਣ ਵਾਲਾ ਟਰੈਕਟਰ ਮਾਰਚ ਹੁਣ 7 ਜਨਵਰੀ ਨੂੰ ਕੱਢਿਆ ਜਾਵੇਗਾ। ਕਿਸਾਨ ਆਗੂ ਡਾਕਟਰ ਦਰਸ਼ਨਪਾਲ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਦੇਸ਼ ਦੇ ਹੋਰ ਕਿਸਾਨ ਇਸ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣਗੇ। ਇਸ ਮਾਰਚ ਲਈ ਹਰਿਆਣਾ ਦੇ ਹਰੇਕ ਪਿੰਡ ਤੋਂ ਘੱਟੋ-ਘੱਟ 10-10 ਟਰਾਲੀਆਂ ਮੰਗਵਾਈਆਂ ਗਈਆਂ ਹਨ। ਖੇਤੀ ਕਾਨੂੰਨਾਂ ਖਿਲਾਫ ਲੱਗੇ ਮੋਰਚੇ ਦੌਰਾਨ ਗਾਜ਼ੀਪੁਰ ਹੱਦ ਤੇ ਮੰਗਲਵਾਰ ਨੂੰ ਪੱਗ ਬੰਨ੍ਹਣ ਵਿੱਚ ਮਦਦ ਲਈ ਕਿਸਾਨਾਂ ਨੂੰ ਮੋਬਾਈਲ 'ਚ ਫੋਟੋ ਦਿਖਾਉਂਦਾ ਹੋਇਆ ਦੂਜਾ ਕਿਸਾਨ। ਉਹਨਾਂ ਨੇ ਦੱਸਿਆ ਕਿ ਦੇਸ਼ ਭਰ ਤੋਂ ਕਿਸਾਨਾਂ ਦਾ ਦਿੱਲੀ ਕੂਚ ਜਾਰੀ ਹੈ ਅਤੇ ਅੰਦੋਲਨ 'ਚ ਸ਼ਮੂਲੀਅਤ ਵਧੀ ਹੈ। ਮਹਾਰਾਸ਼ਟਰ ਤੇ ਛਤੀਸ਼ੋਧਕ ਸਮਾਜ ਦੇ ਹਜ਼ਾਰਾਂ ਕਿਸਾਨ ਜੈਪੁਰ ਦਿੱਲੀ ਹਾਈਵੇ ਤੇ ਪਹੁੰਚ ਰਹੇ ਹਨ। ਅਰਵਾਲ, ਨਾਲੰਦਾ, ਬਿਹਾਰ ਸਣੇ ਹੋਰ 20 ਤੋਂ ਵੱਧ ਥਾਵਾਂ ਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਨੇ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਤਾਮਿਲਨਾਡੂ ਦੇ ਸਾਗਰ, ਕਰਨਾਟਕਾ ਤੇ ਚੇਨਈ ਵਿੱਚ ਕਿਸਾਨਾਂ ਨੇ ਪੱਕੇ ਮੋਰਚੇ
ਕਾਇਮ ਕੀਤੇ ਹੋਏ ਹਨ। ਕਿਸਾਨ ਆਗੂ ਮੁਤਾਬਕ ਮੋਰਚੇ ਵੱਲੋਂ ਪੋਲ ਖੋਲ ਯਾਤਰਾ ਤਹਿਤ ਮਹਾਰਾਸ਼ਟਰ ਦੇ ਸਾਰੇ ਜ਼ਿਲ੍ਹਿਆਂ ਦੇ ਦੌਰੇ ਕਰਕੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੀ ਲਾਮਬੰਦੀ ਕੀਤੀ ਜਾਵੇਗੀ ਅਤੇ 15 ਜਨਵਰੀ ਨੂੰ ਬੰਬਈ 'ਚ ਵੱਡੀ ਰੈਲੀ ਦਾ ਸੱਦਾ ਦਿੱਤਾ ਜਾਵੇਗਾ। ਯੋਗੇਂਦਰ ਯਾਦਵ ਨੇ ਦੱਸਿਆ ਕਿ 9 ਜਨਵਰੀ ਨੂੰ ਸਰ ਛੋਟੂ ਰਾਮ ਦੀ ਬਰਸੀ ਮੌਕੇ ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਇਸ ਕਿਸਾਨ ਆਗੂ ਨੂੰ ਯਾਦ ਕੀਤਾ ਜਾਵੇਗਾ। ਦਿੱਲੀ ਦੇ ਚਾਰਾਂ ਬਾਰਡਰਾਂ ਸਮੇਤ ਦੇਸ਼ ਦੇ ਹੋਰ ਧਰਨਿਆਂ ਵਿੱਚ ਸਰ ਛੋਟੂ ਰਾਮ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਕੱਲ ਦੀ ਨਿਰਾਸ਼ਾਜਨਕ ਮੁਲਾਕਾਤ ਨੇ ਇੱਕ ਵਾਰ ਫਿਰ ਇਸ ਸਰਕਾਰ ਦੇ ਕਿਸਾਨ ਵਿਰੋਧੀ ਚਿਹਰੇ ਨੂੰ ਉਭਾਰਿਆ ਹੈ। ਇਹ ਸਰਕਾਰ ਦਾ ਵਿਰੋਧਾਭਾਸ ਹੈ, ਜਦੋਂ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਅਤੇ ਮੰਤਰੀ ਐਮਐਸਪੀ ਦੀ ਸੁਰੱਖਿਆ ਬਾਰੇ ਜਨਤਾ ਨਾਲ ਗੱਲਬਾਤ ਕਰਦੇ ਹਨ ਅਤੇ ਦੂਜੇ ਪਾਸੇ ਇਹ ਸਾਰੀਆਂ ਫਸਲਾਂ ਤੇ ਸਾਰੇ ਕਿਸਾਨਾਂ ਲਈ ਐਮਐਸਪੀ ਦੀ ਕਾਨੂੰਨੀ ਗਰੰਟੀ ਤੋਂ ਇਨਕਾਰ ਕੀਤਾ ਜਾਂਦਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਪ੍ਰਧਾਨ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਮੌਸਮ ਮੀਂਹ ਵਾਲਾ ਹੋਣ ਕਰਕੇ ਟਰੈਕਟਰ ਮਾਰਚ ਵਿੱਚ ਇੱਕ ਦਿਨ ਦੀ ਤਬਦੀਲੀ ਕੀਤੀ ਗਈ ਹੈ। ਇਸ ਤਹਿਤ ਕੁੰਡਲੀ, ਮਾਨੇਸਰ, ਪਲਵਲ ਮਾਰਗ ਤੇ ਸਿੰਘੂ ਤੋਂ ਟਿਕਰੀਵਾਲ ਅਤੇ ਟਿਕਰੀ ਤਰਫੋਂ ਸਿੰਘੂ ਵਾਲੇ ਟਰੈਕਟਰ ਮਾਰਚ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ ਕੁੰਡਲੀ, ਗਾਜ਼ੀਆਬਾਦ, ਪਲਵਲ ਮਾਰਗ ਤੇ ਗਾਜ਼ੀਪੁਰ ਤੋਂ ਪਲਵਲ ਅਤੇ ਪਲਵਲ ਵੱਲੋਂ ਗਾਜ਼ੀਪੁਰ ਧਰਨੇ ਵਾਲੇ ਟਰੈਕਟਰ ਚੱਲਣਗੇ। ਚਾਰਾਂ ਧਰਨਿਆਂ ਤੋਂ ਦਿਨ ਦੇ 11 ਵਜੇ ਇੱਕੋ ਸਮੇਂ ਚੱਲੇ ਟਰੈਕਟਰ ਮਾਰਗ ਦੇ ਦੋਵੇਂ ਹਿੱਸਿਆਂ ਦੇ ਅੱਧ ਵਿਚਕਾਰ ਇਕੱਠੇ ਹੋਣਗੇ, ਜਿੱਥੇ ਕਿਸਾਨ ਆਗੂ ਸੰਖੇਪ ਭਾਸ਼ਣ ਦੇਣਗੇ। ਯੂਥ ਆਗੂ ਮੁਤਾਬਕ ਅੱਧ 'ਚ ਇਕੱਠੇ ਹੋਣ ਉਪਰੰਤ ਮਾਰਚ ਵਿੱਚ ਸ਼ਾਮਲ ਟਰੈਕਟਰ ਫਿਰ ਆਪਣੇ ਟਿਕਾਣਿਆਂ ਨੂੰ ਮੁੜ ਜਾਣਗੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲਾ ਭਾਰਤ ਦਾ ਦੌਰਾ ਰੱਦ ਹੋ ਗਿਆ ਹੈ। ਉਹਨਾਂ ਗਣਤੰਤਰ ਦਿਵਸ ਦੀ ਪਰੇਡ ਮੌਕੇ ਮੁੱਖ ਮਹਿਮਾਨ ਹੋਣਾ ਸੀ। ਇੰਗਲੈਂਡ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਵੱਧ ਰਹੇ ਕੇਸਾਂ ਕਾਰਨ ਪੈਦਾ ਹੋਏ ਸੰਕਟ ਕਾਰਨ ਉਹਨਾਂ ਨੇ ਭਾਰਤ ਦਾ ਦੌਰਾ ਰੱਦ ਕੀਤਾ ਹੈ। ਜੌਨਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਤੇ ਆਪਣੇ ਭਾਰਤ ਦੌਰੇ ਤੇ ਨਾ ਆਉਣ ਦਾ ਅਫਸੋਸ ਜਤਾਇਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਹ ਜਾਣਕਾਰੀ ਉਸ ਸਮੇਂ ਦਿੱਤੀ ਗਈ ਜਦੋਂ ਇੱਕ ਦਿਨ ਪਹਿਲਾਂ ਬੋਰਿਸ ਜੌਨਸਨ ਨੇ ਮੁਲਕ ਵਾਸੀਆਂ ਨੂੰ ਸੰਬੋਧਨ ਕਰਦਿਆਂ ਇੰਗਲੈਂਡ 'ਚ ਨਵੇਂ ਸਿਰੇ ਤੋਂ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਸੀ। ਉਂਝ ਉਹਨਾਂ ਸੰਕੇਤ ਦਿੱਤੇ ਹਨ ਕਿ ਉਹ G7 ਸਿਖਰ ਸੰਮੇਲਨ ਤੋਂ ਪਹਿਲਾਂ ਅਤੇ ਇਸ ਸਾਲ ਦੇ ਪਹਿਲੇ ਅੱਧ ਦੌਰਾਨ ਭਾਰਤ ਦਾ ਦੌਰਾ ਕਰ ਸਕਦੇ ਹਨ। ਡਾਊਨਿੰਗ ਸਟਰੀਟ ਦੇ ਤਰਜਮਾਨ ਨੇ ਕਿਹਾ, ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਆਪਣੇ ਭਾਰਤੀ ਹਮਰੁਤਬਾ ਮੋਦੀ ਨਾਲ ਫੋਨ ਤੇ ਗੱਲਬਾਤ ਕਰਕੇ ਇਸ ਮਹੀਨੇ ਐਲਾਨੇ ਗਏ ਭਾਰਤ ਦੌਰੇ ਤੇ ਆਉਣ ਤੇ ਅਸਮਰਥਾ ਪ੍ਰਗਟਾਈ ਹੈ। ਉਹਨਾਂ ਕਿਹਾ ਕਿ ਮੁਲਕ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੇ ਤੇਜ਼ੀ ਨਾਲ ਫੈਲਣ ਕਾਰਨ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦਾ ਯੂਕੇ 'ਚ ਮੌਜੂਦ ਰਹਿਣਾ ਮਹੱਤਵਪੂਰਨ ਹੈ ਤਾਂ ਜੋ ਵਾਇਰਸ ਕਾਰਨ ਮੁਲਕ ਵਿੱਚ ਬਣ ਰਹੇ ਹਾਲਾਤਾਂ ਤੇ ਧਿਆਨ ਕੇਂਦਰਿਤ ਕਰ ਸਕਣ। ਦੋਵੇਂ ਆਗੂਆਂ ਨੇ ਭਾਰਤ ਅਤੇ ਇੰਗਲੈਂਡ ਦੇ ਦੁਵੱਲੇ ਰਿਸ਼ਤਿਆਂ ਪ੍ਰਤੀ ਵਚਨਬੱਧਤਾ ਪ੍ਰਗਟਾਈ ਹੈ ਅਤੇ ਮਹਾਮਾਰੀ ਨਾਲ ਸਿੱਝਣ ਸਮੇਤ ਦੋਵੇਂ ਮੁਲਕਾਂ ਵਿਚਕਾਰ ਨੇੜਲੀ ਸਾਂਝ ਬਣਾਈ ਰੱਖਣ ਤੇ ਜ਼ੋਰ ਦਿੱਤਾ। ਤਰਜਮਾਨ ਨੇ ਕਿਹਾ ਕਿ ਸ਼੍ਰੀ ਜੌਨਸਨ ਨੇ ਮੌਜੂਦਾ ਵਰ੍ਹੇ ਦੇ ਪਹਿਲੇ ਅੱਧ ਵਿੱਚ ਭਾਰਤ ਦੌਰੇ ਦੀ ਆਸ ਜਤਾਈ ਹੈ। ਯੂਕੇ ਦੀ ਮੇਜ਼ਬਾਨੀ ਹੇਠ ਹੋਣ ਵਾਲੇ G7 ਸਿਖਰ ਸੰਮੇਲਨ 'ਚ ਨਰਿੰਦਰ ਮੋਦੀ ਮਹਿਮਾਨ ਵਜੋਂ ਹਾਜ਼ਰੀ ਭਰਨਗੇ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਚੋਣ ਨਤੀਜੇ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਡੋਨਾਲਡ ਟਰੰਪ ਨੂੰ ਘੇਰਦਿਆਂ ਕਿਹਾ ਕਿ ਮੌਜੂਦਾ ਰਾਸ਼ਟਰਪਤੀ ਆਪਣਾ ਕੰਮ ਕਰਨ ਦੀ ਬਜਾਏ ਜ਼ਿਆਦਾਤਰ ਸਮਾਂ ਸ਼ਿਕਾਇਤਾਂ ਕਰਨ ਵਿੱਚ ਲੱਗੇ ਰਹੇ ਹਨ। ਟਰੰਪ ਨੇ ਅਜੇ ਤੱਕ ਰਾਸ਼ਟਰਪਤੀ ਚੋਣਾਂ 'ਚ ਹਾਰ ਨਹੀਂ ਮੰਨੀ ਹੈ ਅਤੇ ਚੋਣ ਨਤੀਜਿਆਂ ਖਿਲਾਫ ਕਈ ਮੁਕੱਦਮੇ ਕੀਤੇ ਹੋਏ ਨੇ। ਉਹਨਾਂ ਦਾ ਦਾਅਵਾ ਹੈ ਕਿ ਚੋਣਾਂ 'ਚ ਵੱਡੇ ਪੱਧਰ ਤੇ ਧੋਖਾਧੜੀ ਹੋਈ ਹੈ। ਉਂਝ ਚੋਣ ਅਧਿਕਾਰੀ ਅਤੇ ਮੀਡੀਆ ਉਹਨਾਂ ਦੇ ਦਾਅਵਿਆਂ ਨੂੰ ਬੇਬੁਨਿਆਦ ਦੱਸ ਰਹੇ ਨੇ। ਬਾਈਡਨ ਨੇ ਸੋਮਵਾਰ ਨੂੰ ਜਾਰਜੀਆ 'ਚ ਚੋਣ ਰੈਲੀ ਦੌਰਾਨ ਕਿਹਾ ਕਿ ਰਾਸ਼ਟਰਪਤੀ ਸਮੱਸਿਆਵਾਂ ਸੁਲਝਾਉਣ ਦੀ ਬਜਾਏ ਸ਼ਿਕਾਇਤਾਂ ਕਰਨ ਵਿੱਚ ਸਮਾਂ ਲਗਾ ਰਹੇ ਨੇ। ਮੈਨੂੰ ਸਮਝ ਨਹੀਂ ਪੈਂਦਾ ਕਿ ਉਹ ਹੁਣ ਵੀ ਅਹੁਦੇ ਤੇ ਕਿਉਂ ਰਹਿਣਾ ਚਾਹੁੰਦੇ ਹਨ ਜਦਕਿ ਉਹਨਾਂ ਨੇ ਕੰਮ ਹੀ ਨਹੀਂ ਕਰਨਾ। ਬਾਈਡਨ ਜਾਰਜੀਆ ਦੇ 2 ਡੈਮੋਕ੍ਰੈਟਿਕ ਉਮੀਦਵਾਰਾਂ ਦੀ ਹਮਾਇਤ ਵਿੱਚ ਰੈਲੀਆਂ ਕਰ ਰਹੇ ਹਨ। ਇਹਨਾਂ ਚੋਣਾਂ ਮਗਰੋਂ ਤੈਅ ਹੋਵੇਗਾ ਕਿ ਸੈਨੇਟ ਤੇ ਕਿਹੜੀ ਪਾਰਟੀ ਦਾ ਕਬਜ਼ਾ ਹੋਵੇਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਤੇ ਬਣੇ ਰਹਿਣ ਲਈ ਪੂਰੀ ਤਾਕਤ ਨਾਲ ਲੜਾਈ ਲੜਦੇ ਰਹਿਣਗੇ। ਉਹਨਾਂ ਰਿਪਬਲਿਕਨ ਸੰਸਦ ਮੈਂਬਰਾਂ ਨੂੰ ਵੀ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੀ ਜਿੱਤ ਨੂੰ ਹਾਰ ਵਿੱਚ ਤਬਦੀਲ ਕਰਾਉਣ ਦੀਆਂ ਕੋਸ਼ਿਸ਼ਾਂ ਕਰਨ ਲਈ ਕਿਹਾ ਹੈ। ਇਸ ਹਫ਼ਤੇ ਸੰਸਦ ਦੀ ਬੈਠਕ ਹੋਵੇਗੀ ਜਿਸ ਵਿੱਚ ਇਲੈਕਟੋਰਲ ਕਾਲਜ ਵੋਟ ਦੇ ਨਤੀਜਿਆਂ ਦੀ ਪੁਸ਼ਟੀ ਕੀਤੀ ਜਾਵੇਗੀ। ਟਰੰਪ ਹਮਾਇਤੀਆਂ ਨੇ ਸੋਮਵਾਰ ਰਾਤ ਨੂੰ ਜਾਰਜੀਆ 'ਚ ਰੈਲੀ ਕੱਢੀ। ਟਰੰਪ ਨੇ ਆਪਣੇ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਵਾਈਟ ਹਾਊਸ ਨਹੀਂ ਪਹੁੰਚਣ ਵਾਲੇ ਹਨ। ਆਪਣੇ ਸੰਬੋਧਨ ਦੌਰਾਨ ਉਹਨਾਂ ਜ਼ਿਆਦਾਤਰ ਸਮਾਂ ਚੋਣਾਂ ਬਾਰੇ ਹੀ ਚਰਚਾ ਕੀਤੀ ਅਤੇ ਕਿਹਾ ਕਿ ਜਿੱਤ ਉਹਨਾਂ ਦੀ ਹੋਈ ਹੈ। ਇਸ ਤੋਂ ਪਹਿਲਾਂ ਟਰੰਪ ਨੇ ਵਾਸ਼ਿੰਗਟਨ ਵਿੱਚ ਰਿਪਬਲਿਕਨ ਸੰਸਦ ਮੈਂਬਰ ਨੂੰ ਕਿਹਾ ਕਿ ਉਹ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਾਂਝੇ ਇਜਲਾਸ ਦੌਰਾਨ ਰਸਮੀ ਤੌਰ ਤੇ ਵਿਰੋਧ ਦਰਜ ਕਰਵਾਉਣ। ਸੰਸਦ ਦੇ ਇਜਲਾਸ ਦੌਰਾਨ ਬਾਈਡਨ ਦੀ ਜਿੱਤ ਦੀ ਪੁਸ਼ਟੀ ਕੀਤੀ ਜਾਵੇਗੀ। ਉਂਝ ਟਰੰਪ ਦੇ ਅੜੀਅਲ ਰਵੱਈਏ ਦਾ ਕਈ ਲੋਕ ਵਿਰੋਧ ਜਤਾ ਚੁੱਕੇ ਨੇ।
पाकिस्तान की सुप्रीम कोर्ट ने आज इवैक्यूई प्रॉपर्टी ट्रस्ट बोर्ड आज नुकसाने गए एक सदी पुराने हिंदू मंदिर की मुड़ उसारी के हुक्म दिते हैं, जिसनों पिछले हफ्ते खैबर पख्तूनख्वा प्रांत विच लोकां दी भीड़ ने अग ला के नुकसान पहुंचाया सी। अदालत ने कहा कि इस हमले कारण मुल्क नूं कौमांतरी पद्धर ते नमोशी चलनी पई है। अदालत ने अधिकारियों नूं पाकिस्तान विच स्थित सारे कार्यशील अते गैर कार्यशील मंदिरां ते गुरुद्वारियां दी सूची जमा करवाउण लई भी कहा। मामले की सुनवाई दौरान चीफ जस्टिस गुलजार अहमद की अगवाई वाले 3 मैंबरी बेंच ने ईपीटीबी नूं मुल्क दे सारे मंदिरां ते कीते नाजायज कब्जे हटाउण ते इसलिए जिम्मेवार अधिकारियों खिलाफ कार्रवाई के निर्देश भी दिते। WHO ने कोरोना वायरस की जांच नूं लैके चीन के रवैये ते नाराजगी जाहिर की है अते कहा कि वो इस नाल बेहद निराश है। सूत्रा मुताबक विश्व सेहत संगठन के मुखी ने मंगलवार नूं कहा कि वो बहुत निराश ने क्योंकि चीन ने हुण तक कोरोना वायरस की शुरुआत कित्थों होई इसकी जांच कर रही माहिरां की टीम नूं हुण तक देश आउण दी आग्या ही नहीं दी है। 1 साल पहला कोरोना वायरस की शुरुआत किवें हुई इसका पता लगाउण लई माहिरां की टीम जनवरी की शुरुआत विच ही चीन के वुहान जाण वाली सी। जिनेवा विच ऑनलाइन कॉन्फ्रेंस संगठन के निर्देशक ने कहा, असीं पता लगा रहे हां कि चीनी अधिकारियों ने हुण तक उत्थे पुज्जण वाली टीम लई जरूरी इजाजत ते सहमति नहीं दी है। मैं लगातार चीन के उच्च अधिकारियों के संपर्क विच रहा हां अते मैं इह स्पष्ट कर दिता है कि मिशन विश्व सेहत संगठन लई पहल ते है। अपने परिवारां नूं आर्थिक मंदहाली चों कड्ढण लई अपने घर जमीनां गहणे धर खाड़ी मुल्कां दी मजदूरी करन गए लोकां दी हर मुश्किल घड़ी च रहबर बण सेवा रूपी मदद करन वाले दुबई दे उगे कारोबारी अते सरबत भला ट्रस्ट चैरिटेबल ट्रस्ट दे सरप्रस्त डॉक्टर SP ਸਿੰਘ ओबराय दे वड्डे यत्नां सदका जलंधर शहर नाल संबंधित 22 साला मीनू पुत्री मंगेश कुमार का मृतक शरीर अज दुबई तो श्री गुरु रामदास अंतरराष्ट्रीय हवाई अड्डे अमृतसर विखे पुज्या। इस संबंधी जानकारी सांझी करदे सरबत दा भला चैरिटेबल ट्रस्ट के बानी डॉक्टर SP ਸਿੰਘ ओबराय ने दस्सिया कि मीनू 1 महीना पहला ही अपने परिवार के आर्थिक हालातां नूं सुधारन की कोशिश विच दुबई मेहनत मजदूरी करने लई पहुंची सी कि कुछ दिनों बाद ही उसकी बीमार होने उपरंत मौत हो गई। उन्होंने दस्सिया कि भारतीय दूतावास ने उन्हां नाल संपर्क करके दस्सिया सी कि पंजाब नाल संबंधित एक लड़की की दुबई अंदर मौत हो गई है पर उसके वारसां बारे कुछ पता नहीं लग रहा। उन्होंने दस्सिया कि इस लड़की बारे सारी जानकारी इकत्तर करन उपरंत उन्होंने ट्रस्ट के दुआबा जोन के प्रधान अमरजोत सिंह राही पुलिस की मदद नाल जलंधर की रहिंदी उसकी इकल्ली विधवा मां नाल संपर्क करके उसनूं मीनू की मौत ते जाणू करवाया। उन्होंने भी दस्सिया कि उन्होंने मिली जानकारी अनुसार मीनू 1 महीना पहला दुबई विच पहुंची ते इत्थे पहुंचण दे कुछ दिन बाद ही वो बीमार हो गई पर उसनूं इत्थे लियाउण वाले लोकां वल्लों उसका इलाज करवाउण दी बजाय उस उपर रहिंदिया बकाया राशि देण दा ही दबाव बनाया जांदा रहा। उन्होंने दस्सिया कि जद उसनूं अखीर अते नाजुक हालात विच हस्पताल दाखल करवाया गया तां उत्थे उसकी मौत हो गई, जिस उपरंत उन्हां भारतीय दूतावासां दे वड्डे सहयोग की बदौलत सारी जरूरी कागजी कार्रवाई मुकम्मल करवा के अज मीनू का मृतक शरीर लिया के ट्रस्ट दी अमृतसर इकाई के प्रधान सुखजिंदर सिंह हेर, जनरल सकत्तर मनप्रीत संधू, वित्त सकत्तर नवजीत सिंह घई ते मीत प्रधान शिशपाल सिंह लाडी की मौजूदगी च हवाई अड्डे तो प्राप्त करके ट्रस्ट की ही एंबूलेंस राही जलंधर नूं रवाना कर दिता है। उन्होंने भी दस्सिया कि इस लड़की की मृतक के घर तक पहुंचण संस्कार आदि रस्मां करन दा खर्चा भी ट्रस्ट चुकेगा अते इस परिवार की अत माड़ी आर्थिक हालात होने कारण इसकी विधवा मां नूं ट्रस्ट वालों घर के गुजारे लई 2000 रुपए महीनावार पेंशन भी दी जाएगी। डॉक्टर ओबराय ने दस्सिया कि वह हुण तक 216 बदनसीब लोगों के मृतक शरीर वारसां तक पहुंचा चुके हैं। उन्होंने मापियां नूं अपील करदिआं कहा कि वह पूरी तरह जांच पड़ताल करन उपरंत ही अपने बच्चों नूं विदेश अंदर भेजण। जिक्रयोग है कि अज हवाई अड्डे उत्ते उक्त लड़की का मृतक शरीर लैण समय परिवारक मैंबरां की गैर मौजूदगी विच ट्रस्ट के सेवादारां वल्लों निभाईआं जा रहीआं सेवावां वेख हर कोई नम अखां नाल डॉक्टर SP ਸਿੰਘ ओबराय ਵੱਲੋਂ ਕੀਤੇ ਜਾਂਦੇ ਅਜਿਹੇ ਪਰਉਪਕਾਰਾਂ ਲਈ ਉਹਨਾਂ ਨੂੰ ਦਿਲੋਂ ਦੁਆਵਾਂ ਦੇ ਰਿਹਾ ਸੀ। ਹਾਂਜੀ, ਮੇਰਾ ਨਾਮ ਸੁਖਜਿੰਦਰ ਸਿੰਘ ਹੇਰ ਹੈ। ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਅੰਮ੍ਰਿਤਸਰ ਦੀ ਇਕਾਈ ਤੋਂ ਸੇਵਾਦਾਰ ਹਾਂ ਜੀ। ਅੱਜ ਅਸੀਂ ਇੱਕ ਡੈਡ ਬੋਡੀ ਲੈਣ ਵਾਸਤੇ ਆਏ ਹਾਂ। ਜਲੰਧਰ ਵਾਸੀ ਇੱਕ ਮੀਨੂ ਨਾਂ ਦੀ ਲੜਕੀ ਜੋ ਲਗਭਗ ਮਹੀਨਾ ਇੱਕ ਪਹਿਲਾਂ ਗਈ ਸੀਗੀ, ਉਹਦੀ ਉੱਥੇ ਬਿਮਾਰ ਹੋਣ ਕਰਕੇ ਮੌਤ ਹੋ ਗਈ ਸੀਗੀ ਤੇ ਉਹਦੀ ਡੈਡ ਬੋਡੀ ਜਿਹੜੀ ਆ ਉਹ ਇੰਡੀਆ ਦੇ ਦੂਤਾਵਾਸ ਜਿਹੜੇ ਆ ਉੱਥੇ ਉਹਨਾਂ ਨੇ ओबराय साहब ਨੂੰ ਬੇਨਤੀ ਕੀਤੀ ਕਿ ਇਹ ਕੋਈ ਇੰਡੀਆ ਦੀ ਡੈਡ ਬੋਡੀ ਆ, ਉਹਦੀ ਪਹਿਚਾਣ ਕਰੋ ਤੇ ਉਹਦੇ ਵਾਰਸਾਂ ਦਾ ਪਤਾ ਕਰਕੇ ਸਾਨੂੰ ਦੱਸੋ, ਕਿਉਂਕਿ ਉਹਦੇ ਵਾਰਸਾਂ ਦਾ ਪਤਾ ਨਹੀਂ ਸੀ ਲੱਗ ਰਿਹਾ। ਫਿਰ ओबराय ਸਾਹਿਬ ਨੇ ਉੱਥੇ ਸਾਰੇ ਪੇਪਰਾਂ ਦੀ ਜਿਹੜੀ ਕੋਖ ਕਰਕੇ ਜਲੰਧਰ ਦੀ ਟੀਮ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਵਾਰਸਾਂ ਦਾ ਪਤਾ ਕੀਤਾ। ਬਾਪ ਦੀ ਮੌਤ ਹੋ ਚੁੱਕੀ ਆ ਤੇ ਮਾਂ ਉਹਦੀ ਇਕੱਲੀ ਆ ਜਿਹੜੀ ਬਿਰਧ ਅਵਸਥਾ ਦੇ ਵਿੱਚ ਆ। ਇਸ ਕਰਕੇ ਸਾਡੀ ਅੱਜ ਡਿਊਟੀ ਲੱਗੀ ਸੀਗੀ ਤੇ ਅਸੀਂ ਉਹ ਸੇਵਾਵਾਂ ਦੇਣ ਵਾਸਤੇ ਇੱਥੇ ਆਏ ਹਾਂ।
ਵਿਸ਼ਵ ਸਿਹਤ ਸੰਗਠਨ ਦਾ ਦਾਅਵਾ ਹੈ ਕਿ ਯੂਕੇ ਦਾ ਨਵਾਂ ਕਰੋਨਾ ਸਟ੍ਰੇਨ ਹੁਣ ਤੱਕ ਦੁਨੀਆ ਦੇ 41 ਦੇਸ਼ਾਂ ਵਿੱਚ ਦਸਤਖਤ ਦੇ ਚੁੱਕਾ ਹੈ। ਦੱਸ ਦਈਏ ਕਿ 14 ਦਸੰਬਰ ਨੂੰ ਬ੍ਰਿਟੇਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਦੇਸ਼ ਵਿੱਚ ਇੱਕ ਨਵੇਂ ਕਰੋਨਾ ਵਾਇਰਸ ਨੇ ਦਸਤਖਤ ਦਿੱਤੀ ਹੈ। ਮਹਿਜ਼ 4 ਹਫ਼ਤਿਆਂ 'ਚ ਵੇਰੀਐਂਟ 41 ਦੇਸ਼ਾਂ ਵਿੱਚ ਆਪਣਾ ਪੈਰ ਪਸਾਰ ਚੁੱਕਾ ਹੈ। ਇਸ ਖਬਰ ਤੋਂ ਬਾਅਦ ਕਈ ਮੁਲਕਾਂ ਨੇ ਬ੍ਰਿਟੇਨ ਦੀ ਯਾਤਰਾ ਮੁਲਤਵੀ ਕਰ ਦਿੱਤੀ ਹੈ। ਆਓ ਜਾਣਦੇ ਹਾਂ ਕਿ ਆਖਰ ਬ੍ਰਿਟੇਨ ਨੇ ਇਸ ਦੀ ਰੋਕਥਾਮ ਲਈ ਕੀ ਕਦਮ ਉਠਾਏ ਨੇ। ਨਵੇਂ ਵੇਰੀਐਂਟ ਨੂੰ ਰੋਕਣ ਲਈ ਦੁਨੀਆ ਦੇ ਹੋਰ ਮੁਲਕਾਂ ਨੇ ਇhtiyat ਦੇ ਤੌਰ ਤੇ ਕੀ ਕਦਮ ਚੁੱਕੇ ਨੇ। ਨਵੇਂ ਵੇਰੀਐਂਟ ਦੀ ਰੋਕਥਾਮ ਦੇ ਲਈ ਕੁਝ ਚੁੱਕੇ ਗਏ ਵੱਡੇ ਕਦਮ ਇਸ ਤਰ੍ਹਾਂ ਨੇ। ਭਾਰਤ ਨੇ ਗਣਤੰਤਰ ਦਿਵਸ ਮੌਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਮੁੱਖ ਮਹਿਮਾਨ ਬਣਾਇਆ ਸੀ। ਉੱਥੇ ਹੀ ਹੁਣ ਪ੍ਰਧਾਨ ਮੰਤਰੀ ਜੌਨਸਨ ਨੇ ਆਪਣੀ ਭਾਰਤ ਯਾਤਰਾ ਰੱਦ ਕਰ ਦਿੱਤੀ ਹੈ। ਭਾਰਤ ਦਾ ਦੌਰਾ ਰੱਦ ਕਰਨ ਤੋਂ ਪਹਿਲਾਂ ਜੌਨਸਨ ਤੇ ਪੀਐਮ ਮੋਦੀ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਗਣਤੰਤਰ ਦਿਵਸ ਮੌਕੇ ਭਾਰਤ ਨਾ ਆਉਣ ਤੇ ਉਹਨਾਂ ਪੀਐਮ ਮੋਦੀ ਨਾਲ ਅਫਸੋਸ ਵੀ ਕੀਤਾ। ਬੋਰਿਸ ਜੌਨਸਨ ਨੇ ਕੋਰੋਨਾ ਦੇ ਨਵੇਂ ਸਟ੍ਰੇਨ ਤੇ ਬ੍ਰਿਟੇਨ ਤੇ ਲਗਾਏ ਗਏ ਲਾਕਡਾਊਨ ਕਾਰਨ ਇਹ ਫੈਸਲਾ ਲਿਆ। ਕਿਸਾਨਾਂ ਨੇ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਵੀ ਨਵੀਂ ਰਣਨੀਤੀ ਤਿਆਰ ਕੀਤੀ ਹੈ। ਕਿਸਾਨਾਂ ਦੇ ਅੰਦੋਲਨ ਦਾ ਅੱਜ 42ਵਾਂ ਦਿਨ ਹੈ। 7 ਗੇੜ ਵਿਚਾਰ ਵਟਾਂਦਰੇ ਤੋਂ ਬਾਅਦ ਵੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਵਿਵਾਦ ਬਣਿਆ ਹੋਇਆ ਹੈ। ਜਦਕਿ ਸਰਕਾਰ ਕਿਸਾਨਾਂ ਨੂੰ 3 ਖੇਤੀਬਾੜੀ ਕਾਨੂੰਨਾਂ ਦੇ ਲਾਭ ਗਿਣਾ ਰਹੀ ਹੈ। ਕਿਸਾਨ ਸੰਗਠਨ ਕਾਨੂੰਨਾਂ ਨੂੰ ਵਾਪਸ ਲੈਣ ਤੇ ਅੜੇ ਹੋਏ ਹਨ। 8 ਜਨਵਰੀ ਨੂੰ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਦਾ 8ਵਾਂ ਦੌਰ ਤੈਅ ਹੋਇਆ ਹੈ। ਪਰ ਇਸ ਤੋਂ ਪਹਿਲਾਂ ਭਾਵ 7 ਜਨਵਰੀ ਨੂੰ ਕਿਸਾਨ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਨ। ਜੇ 8 ਜਨਵਰੀ ਦੀ ਮੀਟਿੰਗ ਵਿੱਚ ਇਸ ਦਾ ਹੱਲ ਨਾ ਨਿਕਲਿਆ ਤਾਂ 9 ਜਨਵਰੀ ਨੂੰ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੀ ਤਿਆਰੀ ਹੈ। ਇਸ ਦੇ ਨਾਲ ਹੀ 9 ਜਨਵਰੀ ਤੋਂ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦੇਣਗੀਆਂ ਤੇ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕੱਢਣ ਬਾਰੇ ਚੇਤਾਵਨੀ ਦਿੱਤੀ ਗਈ ਹੈ। ਦਿੱਲੀ ਦੀਆਂ ਕਈ ਥਾਵਾਂ ਤੇ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਸਿੰਘੂ ਬਾਰਡਰ ਤੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨ ਪ੍ਰਭਾਵਿਤ ਹੋਏ ਹਨ। ਹਾਲਾਂਕਿ ਉਹ ਅਜੇ ਵੀ ਘਰ ਪਰਤਣ ਲਈ ਤਿਆਰ ਨਹੀਂ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਕਾਨੂੰਨ ਵਾਪਸ ਲਵੇਗੀ ਅਸੀਂ ਉਦੋਂ ਹੀ ਘਰ ਜਾਵਾਂਗੇ। ਬੀਤੇ ਦਿਨ ਪ੍ਰੈਸ ਕਾਨਫਰੰਸ ਵਿੱਚ ਕਿਸਾਨਾਂ ਨੇ ਐਲਾਨ ਕੀਤਾ ਕਿ ਦਿੱਲੀ ਦੇ ਵੱਖ-ਵੱਖ ਸਰਹੱਦਾਂ ਤੇ ਮੌਜੂਦ ਕਿਸਾਨ 7 ਜਨਵਰੀ ਨੂੰ ਦਿੱਲੀ ਦੀ ਇੱਕ ਸਰਹੱਦ ਤੋਂ ਦੂਜੀ ਸਰਹੱਦ ਤੱਕ ਟਰੈਕਟਰ ਮਾਰਚ ਕਰਨਗੇ। ਇਹ ਮਾਰਚ ਦਰਅਸਲ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਦੀ ਝਾਕੀ ਦੀ ਰਿਹਰਸਲ ਹੋਵੇਗੀ, ਭਾਵ ਟ੍ਰੇਲਰ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਸਤਿ ਸ੍ਰੀ ਅਕਾਲ।